ਸੋ ਵੈਲਕਮ ਵਾਂਸ ਅਗੇਨ ਟੂ ਡਾਕਟਰ ਐਸਪੀਜ਼ ਹੈਲਥ ਸ਼ੋ। ਅੱਜ ਅਸੀਂ ਇੱਕ ਬੜੀ ਕਾਮਨ ਜੀ ਪ੍ਰੋਬਲਮ ਵੀ ਹੈ, ਥੋੜੀ ਅਨਕਾਮਨ ਵੀ ਹੈ, ਕਾਮਨ ਵੀ ਹੈ। ਅਸੀਂ ਆਮ ਤੌਰ ਤੇ ਲੇਡੀਜ਼ ਦੇਖਦੇ ਹਾਂ ਜਿਨ੍ਹਾਂ ਦੇ ਚਿਹਰੇ ਤੇ ਥੋੜੀ ਗਰੋਥ, ਹੇਅਰ ਗਰੋਥ ਆ ਜਾਂਦੀ ਹੈ ਐਂਡ ਥੋੜਾ weight gain ਉਹਨਾਂ ਨੂੰ ਹੋਣਾ ਸ਼ੁਰੂ ਹੋ ਜਾਂਦਾ ਹੈ ਐਂਡ ਉਹਨਾਂ ਦਾ ਜੇ ਨਵੇਂ ਵਿਆਹੇ ਹੈ ਤਾਂ ਉਹਨਾਂ ਨੂੰ ਪ੍ਰੈਗਨੈਂਸੀ ਨਹੀਂ ਹੁੰਦੀ। ਸੋ ਇਹਨੂੰ ਲੈ ਕੇ ਕਾਫੀ ਕਨਫਿਊਜ਼ਨ ਜੀ ਰਹਿੰਦੀ ਹੈ ਕਿ ਕੀ ਹੈ ਇਹ ਪ੍ਰੋਬਲਮ, ਕੀ ਹੈ। ਕੋਈ ਵਾਰੀ ਲੋਕੀ ਕੋਈ ਥਾਇਰਾਇਡ ਵਾਲੇ ਪੇਸ਼ੈਂਟਸ ਡਾਕਟਰ ਕੋਲ ਚਲੇ ਜਾਂਦੇ ਆ, ਕਦੀ ਕਿਸੇ ਕੋਲ ਚਲੇ ਜਾਂਦੇ ਆ, ਪਰ ਆਈ ਥਿੰਕ ਇਹ ਇੱਕ ਗਾਇਨੀ ਦੀ, ਲੇਡੀਜ਼ ਦੀ ਇੱਕ ਪ੍ਰੋਬਲਮ ਹੁੰਦੀ ਹੈ ਜਿਹਦੀ ਕਿ ਜਾਣਕਾਰੀ ਦੇ ਲਈ ਅਸੀਂ ਤੁਹਾਡੇ ਲਈ ਇੱਕ ਡਾਕਟਰ ਰੇਵਾ ਸਿੰਘਾਨੀਆ ਨੂੰ ਅਸੀਂ ਬੁਲਾਇਆ ਆਪਣੇ ਸਟੂਡੀਓ ਦੇ ਵਿੱਚ। ਡਾਕਟਰ ਰੇਵਾ ਸਿੰਘਾਨੀਆ ਇਹਦੇ ਵੈਰੀ ਸੀਨੀਅਰ ਗਾਇਨੇਕੋਲੋਜਿਸਟ ਐਂਡ ਉਹ ਤੁਹਾਨੂੰ ਅੱਜ ਪੋਲੀਸਿਸਟਿਕ ਓਵੇਰੀਅਨ ਡਿਜ਼ੀਜ਼ ਐਂਡ ਸਿੰਡਰੋਮ ਬਾਰੇ ਤੁਹਾਨੂੰ ਜਾਣਕਾਰੀ ਦੇਣਗੇ। ਡਾਕਟਰ ਸਿੰਘਾਨੀਆ, ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਸਟੂਡੀਓ 'ਚ ਆਏ। ਥੈਂਕ ਯੂ ਵੈਰੀ ਮਚ ਫॉर ਕਮਿੰਗ। ਤੋ ਸਾਡੇ ਸਭ ਦਰਸ਼ਕਾਂ ਨੂੰ ਪਹਿਲਾਂ ਤਾਂ ਇਹ ਦੱਸੋ ਕਿ ਇਹ ਪੋਲੀਸਿਸਟਿਕ ਓਵੇਰੀਅਨ ਡਿਜ਼ੀਜ਼ ਕੀ ਚੀਜ਼ ਹੈ? ਪੋਲੀਸਿਸਟਿਕ ਓਵੇਰੀਅਨ ਡਿਜ਼ੀਜ਼ ਇੱਕ ਹਾਰਮੋਨਲ ਇੰਬੈਲੈਂਸ ਦੀ ਕੰਡੀਸ਼ਨ ਹੈ ਜਿਹੜੀ ਕਿ ਲੇਡੀਜ਼ ਦੇ ਵਿੱਚ ਦੇਖੀ ਜਾਂਦੀ ਹੈ। ਇਹਦੇ ਵਿੱਚ ਕੀ ਹੁੰਦਾ ਹੈ ਕਿ ਨਾਰਮਲੀ ਇਹ ਹੁੰਦਾ ਹੈ ਕਿ ਹਰ ਮਹੀਨੇ ਜਿਵੇਂ ਇੱਕ ਐਗ ਬਣਦਾ ਹੈ ਅਤੇ ਰਿਲੀਜ਼ ਹੁੰਦਾ ਹੈ ਅਤੇ ਪੀਰੀਅਡਸ ਆ ਜਾਂਦੇ ਹੈ। ਲੇਕਿਨ ਇਹਦੇ ਵਿੱਚ ਇਹ ਹੁੰਦਾ ਹੈ ਕਿ ਡੋਮੀਨੈਂਟ ਫੋਲੀਕਲ ਜਿਹਨੂੰ ਅਸੀਂ ਕਹਿੰਦੇ ਐਗ ਜਿਹੜਾ ਹੁੰਦਾ ਹੈ ਉਹ ਹਰ ਮਹੀਨੇ ਨਹੀਂ ਬਣਦਾ ਅਤੇ ਕਦੇ ਕਦੇ 2 ਜਾਂ 3 ਮਹੀਨੇ ਬਾਅਦ ਇਰੈਕਟਿਕ ਓਵੂਲੇਸ਼ਨ ਹੋ ਜਾਂਦੀ ਹੈ। ਉਹਦੇ ਕਰਕੇ ਪੇਸ਼ੈਂਟ ਜਿਹੜੇ ਹੈ ਉਹਨਾਂ ਨੂੰ ਪੀਰੀਅਡਸ ਨਹੀਂ ਆਉਂਦੇ ਅਤੇ weight gain ਹੋ ਜਾਂਦਾ ਹੈ ਅਤੇ ਫੇਸ ਹੇਅਰ ਜਿਹੜੇ ਹੈ ਐਕਸੈਸਿਵ ਫੇਸ਼ੀਅਲ ਹੇਅਰ ਜਿਹੜੇ ਹੈ ਉਹਨਾਂ ਦੀ ਪ੍ਰੋਬਲਮ ਆ ਜਾਂਦੀ ਹੈ। ਇਹਨੂੰ ਅਸੀਂ ਪੋਲੀਸਿਸਟਿਕ ਓਵੇਰੀਅਨ ਡਿਜ਼ੀਜ਼ ਕਹਿੰਦੇ ਹਾਂ। ਡਾਕਟਰ ਸਿੰਘਾਨੀਆ, ਮੈਂ ਕੁਛ ਇਹਦੇ ਬਾਰੇ ਪੜ੍ਹ ਰਿਹਾ ਸੀਗਾ। ਦੇਰ ਆਰ ਟੂ ਟਰਮਸ, ਪੋਲੀਸਿਸਟਿਕ ਓਵੇਰੀਅਨ ਡਿਜ਼ੀਜ਼ ਐਂਡ ਪੋਲੀਸਿਸਟਿਕ ਓਵੇਰੀਅਨ ਸਿੰਡਰੋਮ। ਇਹ ਕਿ ਦੋ ਅਲੱਗ-ਅਲੱਗ ਬਿਮਾਰੀਆਂ? ਨਹੀਂ, ਇੱਕੋ ਬਿਮਾਰੀ ਹੈ। ਇਹਨੂੰ ਅਸੀਂ ਪੋਲੀਸਿਸਟਿਕ ਓਵੇਰੀਅਨ ਡਿਜ਼ੀਜ਼ ਵੀ ਕਹਿ ਸਕਦੇ ਹਾਂ ਅਤੇ ਸਿੰਡਰੋਮ ਇਸ ਕਰਕੇ ਕਹਿੰਦੇ ਕਿਉਂਕਿ ਇਹਦੇ ਵਿੱਚ ਮਲਟੀਪਲ ਸਾਈਨਸ ਅਤੇ ਸਿੰਪਟਮਸ ਹੁੰਦੇ ਨੇ। ਡਿਜ਼ੀਜ਼ ਦੇ ਵਿੱਚ ਅਸੀਂ ਜ਼ਿਆਦਾਤਰ ਇੱਕ ਚੀਜ਼ ਨੂੰ ਮੰਨਦੇ, ਲੇਕਿਨ ਜਦੋਂ ਸਿੰਡਰੋਮ ਹੁੰਦਾ ਹੈ ਜਿਵੇਂ ਇਹਦੇ ਵਿੱਚ ਇਹ ਹੈ ਕਿ weight gain ਹੋ ਜਾਏਗਾ, ਐਕਸੈਸਿਵ ਫੇਸ਼ੀਅਲ ਹੇਅਰ ਹੋ ਜਾਣਗੇ। ਜੇ ਮੈਰਿਡ ਹੈ ਲੜਕੀ ਅਤੇ ਉਹਨੂੰ ਇਨਫਰਟੀਲਿਟੀ ਯਾਨੀ ਕਿ ਪ੍ਰੈਗਨੈਂਸੀ ਨਹੀਂ ਹੋਏਗੀ, ਇਹ ਪ੍ਰੋਬਲਮ ਹੋ ਜਾਏਗੀ। ਪੀਰੀਅਡਸ ਡਿਲੇਡ ਹੋ ਜਾਣਗੇ। ਇਹ ਸਾਰੀ ਚੀਜ਼ਾਂ ਨੂੰ ਮਿਲਾ ਕੇ, ਨਾਲੇ ਅਲਟਰਾਸਾਊਂਡ ਦੇ ਵਿੱਚ ਵੀ ਫਾਈਂਡਿੰਗਸ ਹੁੰਦੀਆਂ ਜਿਹੜੀ ਅਸੀਂ ਬਾਅਦ 'ਚ ਡਿਸਕਸ ਕਰਾਂਗੇ, ਅਤੇ ਉਹ ਸਾਰੀ ਚੀਜ਼ਾਂ ਨੂੰ ਮਿਲਾ ਕੇ ਅਸੀਂ ਸਿੰਡਰੋਮ ਦਾ ਨਾਂ ਦੇ ਦਿੰਦੇ ਹਾਂ। ਅਤੇ ਕਿੰਨੀ ਕੁ ਕਾਮਨ ਪ੍ਰੋਬਲਮ ਹੈ? ਅੱਜ ਕੱਲ੍ਹ ਬਹੁਤ ਜ਼ਿਆਦਾ ਕਾਮਨ ਹੈ। ਸਾਡੀ OPD ਦੇ ਵਿੱਚ ਅਨਮੈਰਿਡ ਗਰਲਸ ਦਾ 70 to 80% ਗਰਲਸ ਜਿਹੜੀ ਹੈ ਇਟਸ ਜਸਟ ਲਾਈਕ ਐਪੀਡੈਮਿਕ, ਇਤਨੀ ਜ਼ਿਆਦਾ ਕਾਮਨ ਪ੍ਰੋਬਲਮ ਹੈ। ਔਰ ਜੋ ਮੈਰਿਡ ਕਪਲਸ ਹੈ ਉਹਨਾਂ ਦੇ ਵਿੱਚ ਇਨਫਰਟੀਲਿਟੀ, PCOD ਦੇ ਕਰਕੇ ਬਹੁਤ ਜ਼ਿਆਦਾ ਕਾਮਨ ਹੋ ਰਹੀ ਹੈ। ਇਟ ਇਜ਼ ਵੈਰੀ ਕਾਮਨ ਨਾਓ ਡੇਜ਼। ਤੁਸੀਂ ਕੀ ਸੋਚਦੇ ਹੋ ਵੀ ਕਿਉਂ ਇਹ ਡਿਜ਼ੀਜ਼ ਜਿਹੜੀ ਹੈ ਇਹ ਵੱਧ ਰਹੀ ਹੈ ਜਾਂ ਸਾਨੂੰ ਕਾਮਨਲੀ ਮਿਲ ਰਹੀ ਹੈ? ਇਹਦੇ ਵਿੱਚ 2 ਫੈਕਟਰਸ ਹੁੰਦੇ ਆ। ਦੇਖੋ, ਜਾਂ ਤਾਂ ਡਿਜ਼ੀਜ਼ ਦਾ ਇੱਕ ਤਾਂ ਜੈਨੇਟਿਕ ਪ੍ਰੀਡੋਮੀਨੈਂਸ ਹੁੰਦੀ ਹੈ ਕਿ ਜਿਵੇਂ ਮਦਰਸ ਦੇ ਵਿੱਚ ਹੈਗੀ ਹੈ ਅਤੇ ਬੇਟੀਆਂ ਦੇ ਵਿੱਚ ਵੀ ਹੋਏਗੀ। ਜਿਵੇਂ ਇੱਕ ਡਾਟਰ ਦੇ ਵਿੱਚ ਹੈਗੀ ਹੈ ਅਤੇ ਉਹਦੀ ਸਿਸਟਰ ਦੇ ਵਿੱਚ ਵੀ ਕਾਮਨਲੀ ਦੇਖੀ ਗਈ ਹੈ ਕਿ ਫੈਮਿਲੀਅਲ ਟੈਂਡੈਂਸੀ ਤਾਂ ਹੁੰਦੀ ਹੈ। ਲੇਕਿਨ ਜ਼ਿਆਦਾ ਜਿਹੜੀ ਅੱਜ ਕੱਲ੍ਹ ਹੋ ਰਹੀ ਹੈ ਉਹ ਐਨਵਾਇਰਮੈਂਟਲ ਫੈਕਟਰ ਹੈਗੇ ਹੈ ਜਿਨ੍ਹਾਂ ਦੇ ਕਰਕੇ PCOD ਦੇ ਇੰਸੀਡੈਂਸ ਬਹੁਤ ਜ਼ਿਆਦਾ ਵੱਧ ਰਿਹਾ। ਹੁਣ ਅੱਜ ਕੱਲ੍ਹ ਲਾਈਫ ਸਟਾਈਲ ਬਹੁਤ ਚੇਂਜ ਹੋ ਗਿਆ ਲੋਕਾਂ ਦਾ। ਲੋਕੀ ਜਿਹੜੇ ਹੈ TV ਅਤੇ ਫੋਨ, ਉਹਦੇ ਵਿੱਚ ਇੰਨੀ ਸੀਡੈਂਟਰੀ ਹੈਬਿਟ ਹੋ ਗਈ ਹੈ ਕਿ 3-3 4-4 ਘੰਟੇ ਬੈਠੇ ਰਹਿੰਦੇ ਹੈ ਅਤੇ ਲਾਈਫ ਸਟਾਈਲ ਚੇਂਜ ਹੋ ਗਿਆ। ਉਹਦੇ ਕਰਕੇ weight gain ਵੱਧ ਗਿਆ। ਲੋਕਾਂ ਦੇ ਵਿੱਚ ਓਬੈਸਿਟੀ ਇੰਨੀ ਵੱਧ ਗਈ ਹੈ ਜਿਹਦੇ ਕਰਕੇ PCOD ਬਹੁਤ ਕਾਮਨ ਹੋ ਗਿਆ। ਦੂਜਾ, ਇਹਨੂੰ ਅਸੀਂ ਇਹ ਸਮਝਦੇ ਹਾਂ ਕਿ ਪੈਸਟੀਸਾਈਡਸ ਵਗੈਰਾ ਦਾ ਓਵਰ ਯੂਜ਼ ਜਿਹੜਾ ਹੈ, ਪੇਸ਼ੈਂਟ ਲੋਕੀ ਜਿਹੜੇ ਜੰਕ ਫੂਡ ਜ਼ਿਆਦਾ ਯੂਜ਼ ਕਰਦੇ ਆ, ਅੱਜ ਕੱਲ੍ਹ ਹੈਲਦੀ ਘਰ ਦਾ ਖਾਣਾ ਪਸੰਦ ਨਹੀਂ ਕਰਦੇ, ਅਤੇ ਇਸ ਕਰਕੇ PCOD ਦਾ ਇੰਸੀਡੈਂਸ ਵੱਧ ਰਿਹਾ। ਸੋ ਮੈਂ ਪਹਿਲਾਂ ਵੀ ਬੜੇ ਆਪਣੇ ਪ੍ਰੋਗਰਾਮ ਜੋ ਇਹ ਦੱਸ ਚੁੱਕਾ ਹੈ ਕਿ ਅਸੀਂ ਹਾਰਟ ਦੀਆਂ ਪ੍ਰੋਬਲਮ ਵੀ ਡਿਸਕਸ ਕੀਤੀਆਂ, ਸ਼ੂਗਰ ਡਿਸਕਸ ਕੀਤੀ, ਅਤੇ ਹਮੇਸ਼ਾ ਅਸੀਂ ਦੇਖਦੇ ਹਾਂ ਕਿ ਲਾਈਫ ਸਟਾਈਲ ਜਿਹੜਾ ਵਾ ਇਹ ਸਾਡਾ ਸਭ ਤੋਂ ਪਹਿਲਾਂ ਉੱਪਰ ਆਉਂਦਾ। ਅਤੇ ਇਹ ਵੀ ਡਾਕਟਰ ਸਾਹਿਬ ਨੇ ਦੱਸਿਆ ਕਿ ਜਿਹੜੀ ਇਹ ਵਾਲੀ ਪ੍ਰੋਬਲਮ ਹੈ ਇਹ ਵੀ ਲਾਈਫ ਸਟਾਈਲ ਨਾਲ ਰਿਲੇਟਡ ਹੈ। ਸੋ ਆਪਣਾ ਲਾਈਫ ਸਟਾਈਲ ਬਦਲਣਾ ਬਹੁਤ ਜ਼ਰੂਰੀ ਹੈ। ਦੈਟ ਇਜ਼ ਮੈਸੇਜ ਨੰਬਰ 1। ਨੰਬਰ 2 ਇਹ ਕਿ ਜਦੋਂ ਵੀ ਤੁਹਾਨੂੰ ਇਹੋ ਜਿਹੇ ਕੋਈ ਸਿੰਪਟਮਸ ਆਉਂਦੇ ਹੈ ਅਤੇ ਐਂਡੋਕਰਾਈਨੋਲੋਜਿਸਟ ਨੂੰ ਤੁਸੀਂ ਦਿਖਾਓ ਜ਼ਰੂਰ। ਦੈਟ ਇਜ਼ ਨਾਟ ਏ ਇਸ਼ੂ, ਬਟ ਇੱਕ ਵਾਰੀ ਗਾਇਨੇਕੋਲੋਜਿਸਟ ਦਾ ਓਪੀਨੀਅਨ, ਗਾਇਨੇਕੋਲੋਜਿਸਟ ਦੀ ਕੰਸਲਟੇਸ਼ਨ ਕਰਨੀ ਬਹੁਤ ਲਾਜ਼ਮੀ ਹੈ ਕਿਉਂਕਿ ਉਹ ਇਸ ਬਿਮਾਰੀ ਨੂੰ ਸਹੀ ਤਰੀਕੇ ਨਾਲ ਜਾਣਦੇ ਹੈ ਅਤੇ ਇਹਦਾ ਟਰੀਟਮੈਂਟ ਕਰ ਸਕਦੇ ਹੈ। ਅਤੇ ਡਾਕਟਰ ਰੇਵਾ, ਇਹਦਾ ਅਸੀਂ ਕਿਸ ਤਰ੍ਹਾਂ ਡਾਇਗਨੋਸ ਬਣਾਉਂਦੇ ਹਾਂ ਇਸ ਬਿਮਾਰੀ ਦਾ? ਦੇਖੋ, 2 ਏਜਿਸ ਜਾਂ ਤਿੰਨੋਂ ਸਾਰੀ ਪੂਰੇ ਥਰੂ ਆਊਟ ਏਜ ਦੇ ਵਿੱਚ ਕਿਸੇ ਵੀ ਟਾਈਮ 'ਤੇ ਇਹ ਪ੍ਰੋਬਲਮ ਹੋ ਸਕਦੀ ਹੈ। ਲੇਕਿਨ ਜਦੋਂ ਆਪਾਂ ਦੇਖਦੇ ਹਾਂ ਕਿ ਛੋਟੀ ਗਰਲਸ ਜਿਵੇਂ 10 to 15 ਈਅਰਸ ਦੀ ਅਨਮੈਰਿਡ ਗਰਲਸ, ਉਹਨਾਂ ਦੇ ਵਿੱਚ ਇਹ ਹੁੰਦਾ ਕਿ ਜਾਂ ਤਾਂ ਮਿਨਾਰਕੀ ਲੇਟ ਹੋ ਜਾਏਗੀ। ਮਿਨਾਰਕੀ ਦਾ ਮਤਲਬ ਹੁੰਦਾ ਕਿ ਜਦੋਂ ਟਾਈਮ ਹੁੰਦਾ ਮੈਂਸਸ ਆਉਣ ਦਾ, ਉਹੀ ਲੇਟ ਹੋ ਜਾਂਦਾ ਹੈ। ਜਿਵੇਂ ਅੱਜ ਕੱਲ੍ਹ 11 ਤੋਂ 12 ਏਜ ਹੈਗੀ ਹੈ ਪੀਰੀਅਡ ਸਟਾਰਟ ਹੁੰਦੀ, ਅਤੇ ਬੱਚੇ ਹੁੰਦੇ, ਮਤਲਬ ਪੇਰੈਂਟਸ ਵਰਿਡ ਹੁੰਦੇ ਹੈ ਕਿ ਵੀ ਲੜਕੀ ਦੇ ਪੀਰੀਅਡਸ ਨਹੀਂ ਸਟਾਰਟ ਹੋਏ।
ਤੇ ਉਹ 14 15 16 ਇਅਰਸ ਤੱਕ ਡਿਲੇ ਹੋ ਜਾਂਦੇ ਆ। ਤੇ ਫਿਰ ਜਦੋਂ ਅਸੀਂ ਸਕੈਨ ਕਰਾਉਂਦੇ ਆ ਉਹਦੇ ਵਿੱਚ ਸਾਨੂੰ ਪਤਾ ਲੱਗਦਾ ਕਿ ਇਹਨਾਂ ਦੀ ਓਵਰੀਜ਼ ਜਿਹੜੀ ਬਲਕੀ ਹੈਗੀਆਂ ਤੇ PCOD ਦੀ ਪ੍ਰੋਬਲਮ ਹੈ। ਦੂਜਾ ਇਹ ਹੈ ਕਿ ਵੀ ਜਦੋਂ ਪੀਰੀਅਡਸ ਜੇ ਆ ਵੀ ਜਾਣ ਬਾਈ ਚਾਂਸ, ਮਤਲਬ ਕਿ ਕਿਸੇ ਵੀ ਕੁੜੀ ਨੂੰ ਜੇ ਪੀਰੀਅਡ ਸਟਾਰਟ ਹੋ ਵੀ ਜਾਣ ਤਾਂ ਉਸ ਤੋਂ ਬਾਅਦ ਡਿਲੇਡ ਪੀਰੀਅਡਸ ਦੀ ਬਹੁਤ ਪ੍ਰੋਬਲਮ ਹੁੰਦੀ ਹੈ ਕਿ ਜਿਵੇਂ ਇੱਕ ਵਾਰੀ ਪੀਰੀਅਡ ਸਟਾਰਟ ਹੋ ਗਏ ਫਿਰ 3 4 ਮਹੀਨੇ ਪੀਰੀਅਡਸ ਨਹੀਂ ਆ ਰਹੇ ਹੈ, weight gain ਹੋ ਰਿਹਾ ਹੈ ਬੱਚੇ ਦਾ ਔਰ ਐਕਸੈਸਿਵ ਫੇਸ਼ੀਅਲ ਹੇਅਰ ਹੋ ਰਹੇ ਹੈ। ਜੇ ਮੈਰਿਡ ਆਪਣੇ ਕੋਲ ਕਪਲਸ ਆਉਂਦੇ ਆ ਉਹਨਾਂ ਦੀ ਮੇਨ ਪ੍ਰੋਬਲਮ ਇਨਫਰਟੀਲਿਟੀ ਹੁੰਦੀ ਹੈ ਕਿਉਂਕਿ ਪੀਰੀਅਡਸ ਰੈਗੂਲਰ ਨਹੀਂ ਹੁੰਦੇ ਤੇ ਐਗ ਪ੍ਰੋਪਰ ਬਣ ਨਹੀਂ ਰਿਹਾ ਹੁੰਦਾ ਤੇ ਉਹਦੇ ਕਰਕੇ ਉਹਨਾਂ ਨੂੰ ਇਨਫਰਟੀਲਿਟੀ ਦੀ ਪ੍ਰੋਬਲਮ ਹੁੰਦੀ ਹੈ, ਯਾਨੀ ਕਿ ਉਹ ਕਨਸੀਵ ਨਹੀਂ ਕਰ ਪਾਉਂਦੇ। 3 4 5 ਸਾਲ ਹੋ ਜਾਂਦੇ ਆ, ਉਹ ਬੜੀ ਮੈਡੀਸਿਨ ਖਾਂਦੇ ਆ ਤੇ ਉਹਦੇ ਬਾਵਜੂਦ ਵੀ ਉਹ ਕਨਸੀਵ ਨਹੀਂ ਕਰ ਪਾਉਂਦੇ। ਜਦੋਂ ਆਪਾਂ ਓਲਡ ਲੇਡੀਜ਼ ਦੀ ਗੱਲ ਕਰਦੇ ਆ ਉਹਨਾਂ ਦੇ ਵਿੱਚ ਇਹ ਹੁੰਦਾ ਕਿ PCOD ਦੇ ਲੌਂਗ ਟਰਮ ਇਫੈਕਟਸ ਆ ਜਾਂਦੇ ਆ, ਯਾਨੀ ਕਿ ਉਹਨਾਂ ਨੂੰ ਡਾਇਬਟੀਜ਼, ਹਾਈਪਰਟੈਂਸ਼ਨ, ਹਾਈਪਰਲਿਪੀਡੀਮੀਆ, ਉਹਦੇ ਕਰਕੇ ਉਹਨਾਂ ਦੇ CVA ਚੇਂਜਸ, ਇਹ ਸਾਰੀ ਪ੍ਰੋਬਲਮਸ, ਆਸਟੀਓਪੋਰੋਸਿਸ, ਕੈਂਸਰ, ਐਂਡੋਮੈਟਰੀਅਲ ਕੈਂਸਰ, ਇਹ ਸਾਰੇ ਉਹਨਾਂ ਦੇ PCOD ਦੇ ਲੌਂਗ ਟਰਮ ਜਿਹੜੇ ਇਫੈਕਟਸ ਹੈਗੇ ਨਾ ਉਹ ਦੇਖਣ ਨੂੰ ਮਿਲਦੇ ਆ। ਤੇ PCOD ਜਿਹੜਾ ਹੈ ਇੱਕ ਫੀਮੇਲ ਦੀ ਲਾਈਫ 'ਚ ਹਰ ਸਟੇਜ ਤੇ ਇਫੈਕਟ ਕਰ ਸਕਦਾ ਹੈ। Okay. ਹਾਂਜੀ। So even I was not aware even younger age group there before marriage ਵੀ ਤੁਸੀਂ ਇਹਦਾ। ਹਾਂਜੀ we can diagnose PCOD। So how ਮਤਲਬ it is simple ultrasound or something else? ਇਹਦੇ ਵਿੱਚ ਆਪਾਂ 2-3 ਚੀਜ਼ਾਂ ਲੈਂਦੇ ਹਾਂ। ਇੱਕ ਤਾਂ ਇਹ ਹੈ ਕਿ ਡਿਲੇਡ ਪੀਰੀਅਡਸ ਹੋਣ, ਦੂਜਾ ਐਕਸੈਸਿਵ ਫੇਸ਼ੀਅਲ ਹੇਅਰ ਹੋਣ ਔਰ ਤੀਸਰਾ ਅਲਟਰਾਸਾਊਂਡ ਤੇ ਫਾਈਂਡਿੰਗਸ ਹੁੰਦੀਆਂ। ਅਲਟਰਾਸਾਊਂਡ ਦੇ ਵਿੱਚ ਅਸੀਂ ਇਹ ਦੇਖਦੇ ਕਿ ਓਵਰੀਜ਼ ਬਲਕੀ ਹੁੰਦੀਆਂ ਤੇ ਉਹਨਾਂ ਦੇ ਵਿੱਚ ਛੋਟੇ ਫੋਲੀਕਲਸ ਹੁੰਦੇ ਜਿਵੇਂ 7 to 8 mm ਦੇ ਮੋਰ ਦੈਨ 12 ਫੋਲੀਕਲਸ ਅਗਰ ਇੱਕ ਓਵਰੀ ਦੇ ਵਿੱਚ ਹੋਣਗੇ ਤਾਂ ਅਸੀਂ ਉਹਨੂੰ PCOD ਡਾਇਗਨੋਸ ਕਰ ਦਿੰਦੇ। ਇਹਨਾਂ ਤਿੰਨਾਂ ਦੇ ਵਿੱਚੋਂ ਜੇ 2 ਕ੍ਰਾਈਟੇਰੀਆ ਵੀ ਹੋਣਗੇ ਦੈਨ ਇਟ ਇਜ਼ ਲੇਬਲ ਟੂ ਬੀ ਐਜ਼ PCOD। ਸੋ ਡਾਇਗਨੋਸਿਸ ਕਰਨਾ ਕੋਈ ਬਹੁਤਾ ਔਖਾ ਹਾਂਜੀ, ਕੰਮ ਔਖਾ ਨਹੀਂ ਹੈ। ਹਾਂਜੀ। ਤੋ ਇਜ਼ ਇਟ ਕੀ ਇਹਦਾ ਇਲਾਜ ਹੈ ਸਾਡੇ ਕੋਲ? ਹਾਂਜੀ, ਇਹਦਾ ਇਲਾਜ ਹੈਗਾ। ਇਹਦੇ ਇਲਾਜ ਦੇ ਵਿੱਚ ਇੱਕ ਤੇ ਅਸੀਂ ਕਿਉਂਕਿ ਲਾਈਫ ਸਟਾਈਲ ਤੋਂ ਰਿਲੇਟਿਡ ਹੈ ਇਸ ਕਰਕੇ ਵੀ ਹੈਵ ਟੂ ਡੂ ਲਾਈਫ ਸਟਾਈਲ ਚੇਂਜਸ ਔਰ ਦੂਸਰਾ ਇਹਦਾ ਮੈਡੀਕਲ ਵੀ ਟ੍ਰੀਟਮੈਂਟ ਹੈ। ਸਰਜਰੀ ਵਗੈਰਾ ਦੀ ਇਹਦੇ ਵਿੱਚ ਕੋਈ ਲੋੜ ਨਹੀਂ ਪੈਂਦੀ ਇੰਨੀ ਜ਼ਿਆਦਾ, ਲੇਕਿਨ ਇਹ ਹੈ ਕਿ ਪਰਸਿਸਟੈਂਟ ਟ੍ਰੀਟਮੈਂਟ ਤੇ ਲਾਈਫ ਸਟਾਈਲ ਚੇਂਜਸ ਕਰਨੇ ਪੈਂਦੇ ਆ। ਲੋਕ ਕੀ ਕਰਦੇ ਕਿ ਜਾਂਦੇ ਆ ਮੈਡੀਸਨ 2 ਮਹੀਨੇ ਖਾ ਲਈ, ਇੱਥੋਂ ਠੀਕ ਨਹੀਂ ਹੋਏ, ਜੇ ਦੂਸਰੇ ਡਾਕਟਰ ਕੋਲ ਚਲੇ ਗਏ ਉਹਦੇ ਕੋਲੋਂ 2 ਮਹੀਨੇ ਖਾ ਲਈ, ਇੱਦਾਂ ਕਰਕੇ ਉਹ ਫਿਰ ਕਿਸੇ ਵੀ ਫਾਈਨਲ ਉਹਦੇ ਤੇ ਨਹੀਂ ਰਿਜ਼ਲਟ ਤੇ ਨਹੀਂ ਪਹੁੰਚਦੇ ਕਿਉਂਕਿ ਉਹਨਾਂ 'ਚ ਪੇਸ਼ੈਂਸ ਨਹੀਂ ਹੁੰਦੀ। ਇਸ ਡਿਜ਼ੀਜ਼ ਨੂੰ ਠੀਕ ਕਰਨ ਵਾਸਤੇ ਪੇਸ਼ੈਂਸ ਚਾਹੀਦੀ ਹੈ ਤੇ ਲਾਈਫ ਸਟਾਈਲ ਚੇਂਜਸ ਪਰਸਿਸਟੈਂਟ ਚਾਹੀਦੇ ਹੈ। ਇਹ ਨਹੀਂ ਕਿ ਤੁਸੀਂ ਅੱਜ ਅਸੀਂ ਕਹਿਤਾ ਕਿ ਵੀ 80 kgs ਤੁਹਾਡਾ weight ਹੈ, ਜੇ ਤੁਸੀਂ 5% ਵੀ weight ਆਪਣਾ ਘਟਾ ਲੋਗੇ, ਜਿਵੇਂ ਕਿ ਜੇ ਪੇਸ਼ੈਂਟ ਦਾ weight 80 kgs ਹੈਗਾ ਤੇ ਜੇ ਉਹ 4 kg weight ਵੀ ਆਪਣਾ ਲੂਜ਼ ਕਰ ਲੈਂਦੀ ਹੈ ਉਹਦੇ ਨਾਲ ਵੀ ਫਰਟੀਲਿਟੀ ਬਹੁਤ ਜ਼ਿਆਦਾ ਇਨਹੈਂਸ ਹੋ ਜਾਂਦੀ ਹੈ। ਬੜੀ ਵਾਰੀ ਸਾਨੂੰ ਓਵੂਲੇਸ਼ਨ ਇੰਡਕਸ਼ਨ ਵਗੈਰਾ ਕਰਨੀ ਹੀ ਨਹੀਂ ਪੈਂਦੀ। ਲੇਕਿਨ ਇਹਦੇ ਵਿੱਚ ਇਹ ਹੈ ਕਿ ਵੀ ਪੇਸ਼ੈਂਟ ਜਾਂਦੇ ਇੱਕ ਵਾਰੀ ਜਿਮ ਹਿੱਟ ਕਰ ਲੈਣਗੇ, 1 ਮਹੀਨਾ 2 ਮਹੀਨਾ ਕੀਤਾ ਤਾਂ ਥੋੜ੍ਹਾ ਜਿਹਾ weight loss ਕੀਤਾ, ਉਸ ਤੋਂ ਬਾਅਦ ਫਿਰ ਦੁਬਾਰਾ ਪੁਰਾਣੇ ਲਾਈਫ ਸਟਾਈਲ 'ਚ ਆ ਗਏ, ਉਹਦੇ ਨਾਲ ਟ੍ਰੀਟਮੈਂਟ ਨਹੀਂ ਹੋ ਸਕਦਾ। ਤੇ ਜਦੋਂ ਤੱਕ ਅਸੀਂ ਪਰਸਿਸਟੈਂਟ ਲਾਈਫ ਸਟਾਈਲ ਚੇਂਜਸ ਜਿਵੇਂ ਕਿ ਬ੍ਰਿਸਕ ਵਾਕਿੰਗ ਹੋ ਗਈ, ਆਪਣੇ ਕਾਰਬਸ ਕੱਟ ਕਰਨਾ, ਪ੍ਰੋਟੀਨਸ ਵਧਾਉਣਾ, ਐਕਸਰਸਾਈਜ਼ਸ ਕਰਨੀ, ਐਕਟਿਵ ਲਾਈਫ ਸਟਾਈਲ ਰੱਖਣਾ, ਜਦੋਂ ਤੱਕ ਅਸੀਂ ਇਹ ਸਾਰਾ ਕੁਝ ਨਹੀਂ ਕਰਾਂਗੇ ਉਦੋਂ ਤੱਕ ਇਹ ਪ੍ਰੋਬਲਮ ਪਰਮਾਨੈਂਟ ਟ੍ਰੀਟ ਨਹੀਂ ਹੋ ਸਕਦੀ। ਕੁਝ ਪੇਸ਼ੈਂਟਸ ਦੇ ਵਿੱਚ ਸਾਨੂੰ ਮੈਡੀਕੇਸ਼ਨ ਵੀ ਦੇਣੀ ਪੈਂਦੀ ਹੈ, ਜਿਵੇਂ ਕਿ ਅਸੀਂ ਇਨਫਰਟੀਲਿਟੀ ਟ੍ਰੀਟ ਕਰ ਰਹੇ ਹਾਂ ਤੇ ਪੇਸ਼ੈਂਟ ਓਬੀਜ਼ ਹੈਗੇ ਹੈ ਜਾਂ ਸਾਨੂੰ ਰਿਸਕ ਹੈ ਕਿ ਉਹਨਾਂ ਨੂੰ ਡਾਇਬਟੀਜ਼ ਹੋ ਸਕਦਾ ਹੈ, ਉਹਨਾਂ ਨੂੰ ਅਸੀਂ ਮੈਟਫੋਰਮਿਨ ਦਿੰਦੇ ਹਾਂ। ਤੇ ਮੈਟਫੋਰਮਿਨ ਜਿਹੜਾ ਹੈ ਲੋਕਾਂ ਨੂੰ ਲੱਗਦਾ ਕਿ ਜੇ ਤੇ ਸ਼ੂਗਰ ਦੀ ਬਿਮਾਰੀ ਹੈ ਸਾਨੂੰ ਕਿਉਂ ਦਵਾਈ ਹੈ ਸਾਨੂੰ ਕਿਉਂ ਦੇਤੀ, ਲੇਕਿਨ ਮੈਟਫੋਰਮਿਨ ਦਾ ਇਹਦੇ ਵਿੱਚ ਬਹੁਤ ਅੱਛਾ ਰੋਲ ਹੈ ਕਿਉਂਕਿ ਇਹ ਸ਼ੂਗਰ ਦੇ ਤੇ ਇਨਸੂਲਿਨ ਦੇ ਲੈਵਲਸ ਨੂੰ ਬੈਲੈਂਸ ਕਰਦੀ ਹੈ ਤੇ ਇਹਦੇ ਨਾਲ ਫਰਟੀਲਿਟੀ ਐਨਹਾਂਸ ਹੁੰਦੀ ਹੈ। ਸਾਡੇ ਬਹੁਤ ਪੇਸ਼ੈਂਟਸ ਮੈਟਫੋਰਮਿਨ ਦੇ ਕਰਕੇ ਕਨਸੀਵ ਕੀਤੇ ਹੈ ਜਿਹੜੇ ਕਿ ਬਹੁਤ ਪੁਰਾਣੇ ਇਨਫਰਟੀਲਿਟੀ ਦੇ ਕੇਸਿਸ ਹੈਗੇ ਸੀਗੇ। ਸੋ ਬਹੁਤ ਹੀ ਚੰਗੀ ਇਨਫੋਰਮੇਸ਼ਨ ਡਾਕਟਰ ਸਾਹਿਬ ਨੇ ਦਿੱਤੀ ਹੈ ਕਿ ਇਹ ਟ੍ਰੀਟੇਬਲ ਡਿਜ਼ੀਜ਼ ਹੈ, ਇਹਦਾ ਇਲਾਜ ਹੈ ਐਂਡ ਜਿਹੜੇ ਬੰਦੇ ਕਨਸੀਵ ਨਹੀਂ ਕਰ ਰਹੇ ਜੇ ਤੁਸੀਂ ਪ੍ਰੋਪਰ ਗਾਈਡੈਂਸ ਲਓ ਤੇ ਉਹ ਕਨਸੀਵ ਕਰ ਸਕਦੇ ਆ। ਪਰ ਇੱਕ ਡਾਕਟਰ ਸਾਹਿਬ ਨੇ ਜਿਹੜੀ ਬੜੀ ਇੰਪੋਰਟੈਂਟ ਗੱਲ ਅਗੇਨ ਉਹ ਹੀ ਦੱਸੀ ਕਿ ਲਾਈਫ ਸਟਾਈਲ, ਆਪਣਾ ਖਾਣ ਪੀਣ ਦਾ ਢੰਗ ਤਰੀਕਾ, ਆਪਣੀ ਡੇਲੀ ਰੂਟੀਨਸ, ਐਕਸਰਸਾਈਜ਼, ਇਹ ਬਹੁਤ ਹੀ ਜ਼ਰੂਰੀ ਹੈਗੀਆਂ। ਇਹਦੇ ਲਈ ਨੋਟ ਓਨਲੀ ਅਸੀਂ ਅੱਜ ਜਿਵੇਂ ਪੋਲੀਸਿਸਟਿਕ ਓਵਰੀ ਡਿਜ਼ੀਜ਼ ਡਿਸਕਸ ਕਰ ਰਹੇ ਹਾਂ, ਨੋਟ ਓਨਲੀ ਫॉर दैट ਪਰ ਬਾਕੀ ਡਿਜ਼ੀਜ਼ਸ ਲਈ ਵੀ, ਬਾਕੀ ਚੀਜ਼ਾਂ ਨੂੰ ਪ੍ਰੀਵੈਂਟ ਕਰਨ ਦੇ ਲਈ ਇਹ ਲਾਈਫ ਸਟਾਈਲ ਸਾਨੂੰ ਬਹੁਤ ਇੰਪੋਰਟੈਂਟ ਹੈ। ਤੇ ਡਾਕਟਰ ਸਾਹਿਬ ਤੁਸੀਂ ਇੱਕ ਵਾਰੀ ਇਹਦਾ ਡਾਇਗਨੋਸਿਸ ਬਣਾ ਲਿਆ, ਤੁਸੀਂ ਕੀ ਪੇਸ਼ੈਂਟ ਨੂੰ ਗਾਈਡ ਕਰਨਾ ਚਾਹੋਗੇ ਕਿ ਉਹਨਾਂ ਨੇ ਜਦੋਂ ਆਪਣਾ ਕਨਸੀਵ ਕਰਨਾ ਹੈ, ਐਨੀ ਸਪੈਸ਼ਲ ਪ੍ਰੀਕਾਸ਼ਨਸ ਜਾਂ ਐਨੀ ਸਪੈਸ਼ਲ ਗਾਈਡੈਂਸ ਫॉर them? ਸਪੈਸ਼ਲ ਪ੍ਰੀਕਾਸ਼ਨਸ ਉਹਨਾਂ ਦੀ ਲਾਈਫ ਸਟਾਈਲ ਦੀ ਹੈਗੀ ਹੈ ਕਿ ਉਹਨਾਂ ਨੂੰ weight ਕੱਟ ਆਫ ਕਰਨਾ ਸਭ ਤੋਂ ਇੰਪੋਰਟੈਂਟ। ਅਸੀਂ ਸਭ ਤੋਂ ਉੱਪਰ ਪ੍ਰਿਸਕ੍ਰਿਪਸ਼ਨ ਦੇ ਉੱਤੇ weight ਰਿਡਕਸ਼ਨ ਲਿਖਦੇ ਹਾਂ ਕਿ ਵੀ weight ਘੱਟ ਕਰਨਾ ਬਹੁਤ ਜ਼ਰੂਰੀ ਹੈ। ਫੋਨਸ ਤੇ ਆਪਣਾ TV ਤੋਂ ਥੋੜ੍ਹਾ ਦੂਰ ਹੀ ਰਹੋ ਤੇ ਜ਼ਿਆਦਾ ਵਧੀਆ ਹੈ। ਨਾਲੇ ਆਪਣਾ ਬ੍ਰਿਸਕ ਵਾਕਿੰਗ
ਔਰ ਹੈਲਦੀ ਲਾਈਫ ਸਟਾਈਲ, ਹੈਲਦੀ ਖਾਣਾ ਪੀਣਾ, ਜੰਕ ਫੂਡ, ਬਾਹਰ ਦਾ ਖਾਣਾ ਅਵੋਇਡ ਕਰੋ। ਅੱਜ ਕੱਲ੍ਹ ਲੋਕਾਂ ਨੂੰ ਬਹੁਤ ਹੀ ਆਦਤ ਹੈ ਈਜ਼ੀ ਫੂਡ ਦੀ, ਕਿ ਘਰ 'ਚ ਖਾਣਾ ਨਹੀਂ ਬਣਾਉਣਾ, ਆਰਡਰ ਕਰਤਾ, ਜ਼ੋਮੈਟੋ ਤੋਂ ਆ ਗਿਆ, ਸਵੀਗੀ ਤੋਂ ਆ ਗਿਆ, ਲੇਕਿਨ ਉਹ ਬਹੁਤ ਜ਼ਿਆਦਾ ਹਾਰਮਫੁਲ ਖਾਣਾ ਹੁੰਦਾ ਹੈ। ਅਤੇ ਉਹ ਅਸੀਂ ਕਹਿੰਦੇ ਕਿ ਅਵੋਇਡ ਕਰਨ ਲਈ ਬਾਕੀ ਮੈਡੀਟੇਸ਼ਨ, ਬਰੀਦਿੰਗ ਐਕਸਰਸਾਈਜ਼ਿਸ, ਯੋਗਾ ਵੀ ਇਹਦੇ ਵਿੱਚ ਬਹੁਤ ਹੈਲਪਫੁਲ ਹੈ। ਅਗਰ ਆਪ ਯੋਗਾ ਫੋਲੋ ਕਰੋਗੇ ਰੈਗੂਲਰਲੀ ਦੈਨ ਇਟ ਆਲਸੋ ਮੇਕਸ ਅ ਲੋਟ ਆਫ ਡਿਫਰੈਂਸ। ਔਰ ਦੂਸਰਾ ਇਹ ਹੈ ਕਿ ਸਾਈਡ ਬਾਈ ਸਾਈਡ ਤੁਸੀਂ ਮੈਡੀਕੇਸ਼ਨ, ਡਾਕਟਰਸ ਦੀ ਸਲਾਹ ਲਓ ਜਿਨ੍ਹਾਂ ਦੇ ਕੋਲ ਵੀ ਜਾ ਰਹੇ ਹੋ, ਲੇਕਿਨ ਪਰਸਿਸਟੈਂਟਲੀ 6 ਮਹੀਨੇ ਘੱਟੋ ਘੱਟ ਦੋ। ਇਹ ਨਹੀਂ ਹੈ ਕਿ ਇੱਕ ਡਾਕਟਰ ਦੇ ਕੋਲ ਗਏ, ਮਹੀਨਾ ਦੇਖ ਲਿਆ, ਇੱਥੋਂ ਬੱਚਾ ਨਹੀਂ ਹੋਇਆ, ਜੋ ਦੂਸਰੇ ਕੋਲ ਚਲੇ ਗਏ, ਇੱਦਾਂ ਕਰਕੇ ਤਾਂ ਕੋਈ ਰਿਜ਼ਲਟ ਨਹੀਂ ਮਿਲਣਾ ਤੁਹਾਨੂੰ। ਇੱਕ ਜਗ੍ਹਾ ਜਾ ਕੇ ਯੂ ਹੈਵ ਟੂ ਸਟੇ ਦੇਅਰ ਫॉर 6 ਮੰਥਸ, ਕਿਉਂਕਿ 2-3 ਮਹੀਨੇ 'ਚ ਅਸੀਂ ਪਹਿਲੇ ਟ੍ਰੀਟਮੈਂਟ ਕਰਦੇ ਹਾਂ ਡਿਜ਼ੀਜ਼ ਦਾ, ਤੁਹਾਡੇ ਪੀਰੀਅਡਸ ਰੈਗੂਲਰ ਕਰਾਂਗੇ ਦਵਾਈਆਂ ਦੇ ਕੇ, ਕਿਉਂਕਿ ਪੀਰੀਅਡਸ ਰੈਗੂਲਰ ਲਿਆਉਣੇ ਵੀ ਜ਼ਰੂਰੀ ਹੈ। ਉਸ ਤੋਂ ਬਾਅਦ ਫਿਰ ਅਸੀਂ ਓਵੂਲੇਸ਼ਨ ਇੰਡਕਸ਼ਨ ਕਰਦੇ ਹਾਂ। ਤਾਂ ਓਵੂਲੇਸ਼ਨ ਇੰਡਕਸ਼ਨ ਦੇ ਵਿੱਚ ਕੀ ਕਰਦੇ ਹਾਂ ਕਿ ਅਸੀਂ ਐਗ ਬਣਾਉਂਦੇ ਹਾਂ। ਬੜੀ ਵਾਰੀ ਨਾਲੇ ਉਹਨਾਂ ਨੂੰ ਫਰਟਾਈਲ ਪੀਰੀਅਡ ਦੱਸਦੇ ਕਪਲਸ ਨੂੰ, ਅਤੇ ਬੜੀ ਵਾਰੀ ਤਾਂ ਇਹਦੇ ਨਾਲ ਹੀ ਪ੍ਰੈਗਨੈਂਸੀ ਹੋ ਜਾਂਦੀ ਹੈ। ਲੇਕਿਨ ਕੁਝ ਕੇਸਿਸ ਦੇ ਵਿੱਚ ਇਹ ਹੁੰਦਾ ਹੈ ਕਿ ਜਦੋਂ ਇਹਦੇ ਨਾਲ ਨਾ ਪ੍ਰੈਗਨੈਂਸੀ ਹੋਏ ਤਾਂ ਫਿਰ ਸਾਨੂੰ ਅੱਗੇ ਫਰਦਰ ਸਟੈਪਸ ਲੈਣੇ ਪੈਂਦੇ, ਜਿਵੇਂ ਕਿ ਅਸੀਂ IUI ਕਰਾਈਏ ਪੇਸ਼ੈਂਟ ਦਾ, ਜਾਂ ਉਹਦੇ ਨਾਲ ਵੀ ਨਾ ਹੋਏ ਅਤੇ ਉਹਨਾਂ ਨੂੰ IVF ਕੇ ਲਈ ਮੋਟੀਵੇਟ ਕਰੀਏ। ਅਤੇ ਉਹ ਸਾਰੇ ਸਟੈਪ ਬਾਏ ਸਟੈਪ ਅਸੀਂ ਕਰ ਸਕਦੇ ਹਾਂ। ਲੇਕਿਨ ਬੇਸਿਕ ਇਹ ਹੁੰਦਾ ਹੈ ਕਿ ਜੇ ਅਸੀਂ ਲਾਈਫ ਸਟਾਈਲ ਚੇਂਜਸ ਕਰੀਏ, ਹੈਲਦੀ ਲਾਈਫ ਸਟਾਈਲ ਕਰੀਏ, ਫੋਲੋ ਕਰੀਏ, ਅਤੇ ਕੰਸਿਸਟੈਂਟਲੀ ਇੱਕ ਡਾਕਟਰ ਨੂੰ ਫੋਲੋ ਕਰੀਏ ਕਿ ਜਿਹਦੇ ਨਾਲ ਘੱਟੋ ਘੱਟ ਮੈਡੀਸਨ ਦਾ ਕੋਈ ਫਾਇਦਾ ਤਾਂ ਹੋਏ ਨਾ, ਕਿ ਜਿਹੜਾ ਅਸੀਂ ਮੈਡੀਸਨ ਲੈ ਰਹੇ ਹਾਂ 2-3 ਮਹੀਨੇ ਬੋਡੀ 'ਚ ਜਾਏਗੀ ਤਾਂ ਇਫੈਕਟ ਹੋਏਗਾ। ਜੇ ਅਸੀਂ ਡਾਕਟਰ ਹੀ ਚੇਂਜ ਕਰਦੇ ਰਹਾਂਗੇ, ਮੈਡੀਸਨ ਹੀ ਚੇਂਜ ਕਰਦੇ ਰਹਾਂਗੇ, ਤਾਂ ਉਹਦਾ ਕੋਈ ਰਿਜ਼ਲਟ ਨਹੀਂ ਨਿਕਲਣਾ। ਸਭ ਤੋਂ ਜ਼ਿਆਦਾ ਮੈਨੂੰ ਇਹੀ ਹੈ ਕਿ ਅਸੀਂ ਇਹ ਮੈਸੇਜ ਕਨਵੇ ਕਰਨਾ ਚਾਹੁੰਦੇ ਕਿ one should follow a doctor for at least for PCOD for at least 5 to 6 months। ਉਸ ਤੋਂ ਪਹਿਲੇ ਤੁਸੀਂ ਡਾਕਟਰ ਚੇਂਜ ਕਰੋਗੇ ਤਾਂ ਤੁਹਾਡਾ ਹੀ ਲਾਸ ਹੈ ਉਹਦੇ ਵਿੱਚ। ਐਂਡ ਵੈਰੀ ਇੰਪੋਰਟੈਂਟ, ਬੜਾ ਜਿਹੜਾ ਇੰਪੋਰਟੈਂਟ ਮੈਸੇਜ ਡਾਕਟਰ ਸਾਹਿਬ ਨੇ ਦਿੱਤਾ ਹੈ ਕਿ ਹੋਪ ਇਜ਼ ਦੇਅਰ। ਇਹ ਨਹੀਂ ਕਿ ਵੀ ਇਹ ਬਿਮਾਰੀ ਹੈ ਤੇ ਪਤਾ ਨਹੀਂ ਕੁਝ ਹੋ ਹੀ ਨਹੀਂ ਸਕਦਾ। ਲਾਈਫ ਜਿਹੜੀ ਤੁਹਾਡੀ ਨਾਰਮਲ ਚੱਲ ਸਕਦੀ ਹੈ, ਪ੍ਰੋਪਰ ਗਾਈਡੈਂਸ ਲੈਂਦੇ ਰਹੋ। ਐਮ ਆਈ ਰਾਈਟ? ਹਾਂਜੀ ਹਾਂਜੀ। ਤੇ ਤੁਸੀਂ ਪ੍ਰੋਪਰ PCOD ਤੇ ਪੇਸ਼ੈਂਟਸ ਵੀ ਫਰਟਾਈਲ ਹੁੰਦੇ ਆ। ਇਹ ਬਹੁਤ ਵੱਡਾ ਮਿਥ ਹੈ ਕਿ ਜੇ ਪੀਰੀਅਡਸ ਨਹੀਂ ਤੁਹਾਨੂੰ ਆ ਰਹੇ ਤੇ ਤੁਹਾਨੂੰ ਪ੍ਰੈਗਨੈਂਸੀ ਨਹੀਂ ਹੋ ਸਕਦੀ। ਅੱਜ ਕੱਲ ਕਨਸੈਪਟ ਹੀ ਚੇਂਜ ਹੋ ਗਿਆ ਹੈ। ਜਿਹੜੀ ਅਨਮੈਰਿਡ ਗਰਲਸ ਹੁੰਦੀਆਂ ਉਹਨਾਂ ਨੂੰ ਵੀ ਅਸੀਂ ਇਹੀ ਸੁਜੈਸਟ ਕਰਦੇ ਹਾਂ ਕਿ ਲੇਟੈਸਟ ਜਿਹੜੇ ਕਨਸੈਪਟ ਹੈ ਉਹ ਇਹ ਹੈ ਕਿ ਸਾਲ 'ਚ ਜੇ 4 ਵਾਰੀ ਵੀ ਯੂ ਆਰ ਮੈਂਸਟਰੂਏਟਿੰਗ ਦੈਨ इट इज़ नॉर्मल। इट इज़ नॉट नेसेसरी कि यू शुड मेंस्ट्रुएट एवरी मंथ। तो ये कॉन्सेप्ट चेंज हो गया। अब जैसे ये है कि लड़कियां होती हैं उनको 3-3 4-4 महीने नहीं आता, तो उनको हम ये बता देते हैं कि आप 4 महीने के बाद एक बार विड्रॉल ले लो, आपको पीरियड्स आ जाएंगे, फिर यू वेट फॉर 3 to 4 months देन टेक अ विड्रॉल। तो इफ़ यू आर ब्लीडिंग फॉर 4 times a year इट इज़ गुड इनफ। तो उसमें पेरेंट्स को इतना वरी करने की ज़रूरत नहीं है कि मेरे बच्चों को पीरियड्स नहीं आ रहे तो पता नहीं क्या हो जाएगा। लोग इसीलिए दवाई खाते रहते हैं। तो जो मैरिड भी हैं जिनको पीरियड्स नहीं आ रहे, दे आर इक्वली फर्टाइल। उसमें कोई ऐसे घबराने वाली बात नहीं होती कि जी हमें पीरियड्स नहीं आ रहे तो जी हम प्रेगनेंसी नहीं हो सकती, ऐसा कुछ नहीं है। अगर PCOD की वजह से पीरियड्स नहीं आ रहे दैन इट इज़ ट्रीटेबल। अगर कोई और कॉज है कि आपके एग्स ही ख़त्म हो गया है, ओवरी में कोई प्रॉब्लम है, दैन इट इज़ अनदर इशू। तो डॉक्टर साहब ये बड़ा इंपॉर्टेंट तुसी इशू उठाया है। हाँ जी। तो ये जिस तरह की ये प्रॉब्लम है, सो ਇਹਦਾ ਕੋਈ ਸਕਰੀਨਿੰਗ ਪ੍ਰੋਟੋਕੋਲ ਵੀ ਹੈ? ਅਸੀਂ ਇਹਨੂੰ ਸਕਰੀਨ ਵੀ ਕਰ ਸਕਦੇ ਹਾਂ? ਮਤਲਬ ਅਸੀਂ ਪਹਿਲਾਂ ਹੀ ਸਿੰਪਟਮਸ ਆਉਣ ਤੋਂ ਪਹਿਲਾਂ ਇਹਨੂੰ ਇਹੋ ਜਿਹਾ ਕੋਈ ਪ੍ਰੋਟੋਕੋਲ ਹੈ? ਸਕਰੀਨ ਤੇ ਅਸੀਂ ਸਿਰਫ ਜੈਨੇਟਿਕ ਕੇਸਿਸ ਦੇ ਵਿੱਚ ਹੀ ਕਰ ਸਕਦੇ ਹਾਂ ਕਿ ਜੇ ਮਦਰ ਨੂੰ ਹੈ ਤੇ ਸਾਨੂੰ ਇਹ ਥੋੜਾ ਜਿਹਾ ਆਪਣੇ ਮਾਈਂਡ 'ਚ ਕੌਸ਼ੀਅਸ ਰਹਿਣਾ ਚਾਹੀਦਾ ਕਿ ਅਗਰ ਬੇਟੀ ਹੈ, ਉਹਦਾ weight gain ਹੋ ਰਿਹਾ ਹੈ ਤੇ ਸਾਨੂੰ ਪਤਾ ਹੈ ਕਿ ਮਦਰ ਨੂੰ ਹੈ, ਦੈਨ ਵੀ ਸ਼ੁੱਡ ਬੀ ਕੌਸ਼ੀਅਸ ਕਿ ਬੇਟੀ ਨੂੰ ਵੀ ਹੋ ਸਕਦਾ ਹੈ। ਅਦਰਵਾਈਜ਼ ਕੋਈ ਇੱਦਾਂ ਜਿਵੇਂ ਸਰਵਾਈਕਲ ਕੈਂਸਰ ਸਕਰੀਨਿੰਗ ਦਾ ਪ੍ਰੋਗਰਾਮ ਹੈ, ਇੱਦਾਂ ਇਹਦੀ ਕੋਈ ਸਕਰੀਨਿੰਗ ਆਪਸ਼ਨ ਨਹੀਂ ਹੈ ਸਾਡੇ ਕੋਲ। ਸਿਰਫ ਹਾਂਜੀ ਸਿੰਪਟਮਸ ਦੇ ਹਿਸਾਬ ਨਾਲ ਹੀ ਸਾਨੂੰ ਕੌਸ਼ੀਅਸ ਰਹਿਣਾ ਚਾਹੀਦਾ ਕਿ if she is showing symptoms then we will diagnose her as PCOD and we should treat her accordingly। ਤੇ ਡਾਕਟਰ ਸਾਹਿਬ ਇਹਦੀਆਂ ਕੋਈ ਲੌਂਗ ਟਰਮ ਕੰਪਲਿਕੇਸ਼ਨਸ, ਜਿਵੇਂ ਤੁਹਾਨੂੰ ਤੁਸੀਂ ਕੋਈ ਬੰਦੇ ਟ੍ਰੀਟ ਨਾ ਕਰਾਂ ਜਾਂ ਈਵਨ ਟ੍ਰੀਟ ਵੀ ਕਰਾਉਂਦੇ ਹੋ ਤੇ ਲੌਂਗ ਟਰਮ ਕੰਪਲਿਕੇਸ਼ਨਸ ਕੋਈ? ਇਹਦੀ ਬਹੁਤ ਲੌਂਗ ਟਰਮ ਕੰਪਲਿਕੇਸ਼ਨਸ ਹੈਗੀਆਂ, ਜਿਵੇਂ ਕਿ ਥਾਇਰਾਇਡ ਤੇ ਡਾਇਬਟੀਜ਼, ਹਾਈਪੋਥਾਇਰਾਇਡਿਜ਼ਮ ਤੇ ਡਾਇਬਟੀਜ਼ ਇਹਦੇ ਵਿੱਚ ਬਹੁਤ ਕਾਮਨਲੀ ਐਸੋਸੀਏਟਿਡ ਹੁੰਦਾ ਹੈ। ਜਿਵੇਂ ਕਿ 30% ਆਫ PCOD ਪੇਸ਼ੈਂਟਸ ਦੇ ਆਰ ਸੀਨ ਟੂ ਬੀ ਐਸੋਸੀਏਟਿਡ ਵਿਦ ਹਾਈਪੋਥਾਇਰਾਇਡਿਜ਼ਮ, ਯਾਨੀ ਕਿ ਜਾਂ ਤੇ ਉਹਨਾਂ ਨੂੰ ਸਬ ਕਲੀਨਿਕਲ ਹਾਈਪੋਥਾਇਰਾਇਡਿਜ਼ਮ ਹੋਏਗਾ, ਯਾਨੀ ਕਿ ਉਹਨਾਂ TSH ਮੋਰ ਦੈਨ 2.5 ਹੋਏਗਾ, ਜਾਂ ਫਿਰ ਉਹਨਾਂ ਨੂੰ ਓਵਰਟ ਹਾਈਪੋਥਾਇਰਾਇਡਿਜ਼ਮ ਹੋ ਜਾਏਗਾ। ਨਾਲੇ ਲੌਂਗ ਟਰਮ ਕੰਪਲਿਕੇਸ਼ਨਸ ਦੇ ਵਿੱਚ ਉਹਨਾਂ ਨੂੰ ਡਾਇਬਟੀਜ਼, ਹਾਈਪਰਟੈਂਸ਼ਨ, ਹਾਈਪਰਲਿਪੀਡੀਮੀਆ, CA ਐਂਡੋਮੀਟਰੀਅਮ, ਕਿਉਂਕਿ ਉਹਨਾਂ ਨੂੰ ਕੀ ਕਹਿੰਦੇ ਆ ਪੀਰੀਅਡਸ ਲੇਟ ਆਉਂਦੇ ਹੈ ਅਤੇ ਕੈਂਸਰ ਦੇ ਵੀ ਕਾਫੀ ਚਾਂਸਸ ਹੁੰਦੇ ਹੈ। ਉਹਨਾਂ ਨੂੰ CA ਐਂਡੋਮੀਟਰੀਅਮ ਅਤੇ CA ਓਵਰੀ ਦੇ ਚਾਂਸਸ ਕਾਫੀ ਜ਼ਿਆਦਾ ਹੁੰਦੇ ਹੈ। ਅਤੇ ਰੈਗੂਲਰ ਸਕਰੀਨਿੰਗ ਕਰਾਉਣੀ ਚਾਹੀਦੀ ਹੈ। ਰੈਗੂਲਰ ਉਹਨਾਂ ਨੂੰ ਆਪਣੇ ਲਿਪਿਡ ਪ੍ਰੋਫਾਈਲਸ, ਡਾਇਬਟੀਜ਼, ਹਾਈਪਰਟੈਂਸ਼ਨ ਦੇ ਲਈ ਵਿਜੀਲੈਂਟ ਰਹਿਣਾ ਚਾਹੀਦਾ। ਤੇ ਤੁਸੀਂ ਕੀ ਸੁਜੈਸਟ ਕਰਦੇ ਹੋ, ਹਾਊ ਕਿੰਨੀ ਫਰੀਕੁਐਂਟਲੀ ਤੁਹਾਡੇ ਕੋਲ ਇਹਨਾਂ ਨੂੰ ਵਿਜ਼ਿਟ ਕਰਨਾ ਚਾਹੀਦਾ ਇਹ ਪੇਸ਼ੈਂਟਸ ਨੂੰ?
6 ਮੰਥਲੀ ਆਉਣਾ ਚਾਹੀਦਾ ਉਹਨਾਂ ਨੂੰ, ਰੈਗੂਲਰ ਆਪਣਾ ਟ੍ਰੀਟਮੈਂਟ ਲਈ ਜਾਣ ਤੇ 6 ਮੰਥਲੀ ਫॉर ਦੇ ਸ਼ੁਡ ਕਮ ਫॉर ਫॉलो ਅਪ। ਸੋ ਇਹ ਬਹੁਤ ਇੰਪੋਰਟੈਂਟ ਮੈਸੇਜ ਹੈ। ਅਸੀਂ ਆਮ ਤੌਰ ਦੇ ਉੱਤੇ ਸਾਡਾ ਇਹ ਮੰਨਣਾ ਹੈ ਕਿ ਜਦੋਂ ਸਾਨੂੰ ਤਕਲੀਫ ਹੁੰਦੀ ਹੈ ਉਦੋਂ ਹੀ ਅਸੀਂ ਡਾਕਟਰ ਕੋਲ ਜਾਣਾ ਹੈ। ਨੋ, ਇਹ ਨਹੀਂ ਹੈ। ਅੱਜ ਕੱਲ੍ਹ ਜਿਵੇਂ ਅਸੀਂ, ਇਹ ਪੁਰਾਣੀ ਕਹਾਵਤ ਹੈ, ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ। ਸੋ ਤੁਸੀਂ ਆਪਣੀ ਸਕਰੀਨਿੰਗ ਵੱਲ, ਆਪਣਾ ਪ੍ਰੀ ਚੈੱਕਅਪ ਜਿਹਨੂੰ ਅਸੀਂ ਕਹਿੰਦੇ ਆ, ਉਹ ਬੜੇ ਜ਼ਰੂਰੀ ਹੈ, ਉਹ ਜ਼ਰੂਰ ਕਰਾਉਣੇ ਚਾਹੀਦੇ ਆ। ਐਂਡ ਜਿਸ ਤਰ੍ਹਾਂ ਤੁਹਾਨੂੰ ਡਾਕਟਰ ਸੁਜੈਸਟ ਕਰਦੇ ਆ ਉਹਨਾਂ ਨੂੰ ਰੈਗੂਲਰਲੀ ਫੋਲੋ ਅਪ ਕਰੋ। ਐਂਡ RMPs ਕੋਲ ਸਾਨੂੰ, ਇਹ ਨਹੀਂ ਮੈਂ ਕਹਿੰਦਾ ਕਿ RMP ਕੋਲ ਜਾਣ ਦੀ ਲੋੜ ਨਹੀਂ ਪੈਂਦੀ, ਸਾਨੂੰ ਲੋੜ ਪੈਂਦੀ ਹੈ ਐਮਰਜੈਂਸੀ ਦੇ ਵਿੱਚ, ਕਿਸੇ ਵੇਲੇ ਜਾਣਾ ਪੈ ਸਕਦਾ ਹੈ, ਜ਼ਰੂਰ ਜਾਓ। ਪਰ ਦੈਨ ਆਪਣੇ ਇੱਕ ਚੰਗੇ ਜਿਹੜੇ ਸਪੈਸ਼ਲਿਸਟ ਡਾਕਟਰਸ ਹੈ ਉਹਨਾਂ ਨੂੰ ਜ਼ਰੂਰ ਨਾਲ ਦੀ ਨਾਲ ਕੰਸਲਟ ਕਰੋ। ਤੁਸੀਂ ਐਮਰਜੈਂਸੀ ਦਿਖਾ ਲਿਆ, ਪਰ ਅੱਗੇ ਜਾ ਕੇ ਆਪਣੇ ਜਿਹੜੇ ਕੰਸਲਟੈਂਟ ਡਾਕਟਰਸ ਹੈ, ਪੜ੍ਹੇ ਲਿਖੇ ਡਾਕਟਰਸ ਹੈ, ਉਹਨਾਂ ਨੂੰ ਇੱਕ ਵਾਰੀ ਜ਼ਰੂਰ ਆਪਣੀ ਬਿਮਾਰੀ ਬਾਰੇ ਦੱਸੋ। ਦੂਸਰਾ, ਕੋਈ ਝਿਜਕਚਾਉਣ ਵਾਲੀ ਗੱਲ ਨਹੀਂ ਹੈ। ਆਮ ਤੌਰ 'ਤੇ ਅਸੀਂ ਦੱਸਦੇ ਵੀ ਜਾਵਾਂਗੇ, ਉਹ ਪਤਾ ਨਹੀਂ ਕੀ ਕਹਿ ਦੇਣਗੇ, ਇਸ ਤਰ੍ਹਾਂ ਨਹੀਂ ਹੁੰਦਾ। ਹਰੇਕ ਚੀਜ਼ ਦਾ, ਜਿਵੇਂ ਡਾਕਟਰ ਸਾਹਿਬ ਨੇ ਬੜੇ ਸੋਹਣੇ ਢੰਗ ਨਾਲ ਦੱਸਿਆ, ਇਲਾਜ ਹੈ, ਇਹਦਾ ਅਸੀਂ ਹੱਲ ਕੱਢ ਸਕਦੇ ਹਾਂ। ਐਂਡ ਪਰਿਵਾਰ ਠੀਕ ਚੱਲ ਸਕਦਾ ਤੁਹਾਡਾ, ਬਿਲਕੁਲ। ਸੋ ਇਹ ਚੀਜ਼ਾਂ ਦਾ ਤੁਸੀਂ ਖਿਆਲ ਰੱਖਣਾ। ਹੋਰ ਕੋਈ ਮੈਸੇਜ ਡਾਕਟਰ ਸਾਹਿਬ ਤੁਸੀਂ ਦੇਣਾ ਚਾਹੋ ਸਾਡੇ ਪੇਸ਼ੈਂਟਸ ਨੂੰ? ਮੈਸੇਜ ਇਹ ਹੈ ਕਿ ਅੱਜ ਕੱਲ੍ਹ ਜੋ ਵੀ ਅਸੀਂ ਮਤਲਬ ਕਿ ਲਾਈਫ ਸਟਾਈਲ ਨਹੀਂ ਚੰਗਾ ਫੋਲੋ ਕਰ ਰਹੇ, ਵੈਸਟਰਨਾਈਜ਼ ਕਲਚਰ ਹੋ ਰਿਹਾ ਹੈ, ਉਹਦੇ ਕਰਕੇ PCOD ਬਹੁਤ ਜ਼ਿਆਦਾ ਵੱਧ ਰਿਹਾ ਹੈ। ਅਤੇ ਸਾਨੂੰ ਬਿਲਕੁਲ ਅੱਛਾ ਨਹੀਂ ਲੱਗਦਾ OPD 'ਚ ਜਦੋਂ ਪੇਸ਼ੈਂਟਸ ਆਉਂਦੇ, ਵਿਚਾਰੀ ਗਰਲਸ ਆਉਂਦੀਆਂ, ਉਹਨਾਂ ਦਾ ਵੇਟ ਇੰਨਾ ਜ਼ਿਆਦਾ ਹੁੰਦਾ ਹੈ, 12-12 13-13 ਸਾਲ ਦੀ ਗਰਲਸ ਹੁੰਦੀ ਹੈ ਅਤੇ ਉਹਨਾਂ ਦੇ 60-60 70-70 ਕਿਲੋ ਵੇਟ ਹੁੰਦਾ ਹੈ ਅਤੇ ਐਕਸੈਸਿਵ ਫੇਸ਼ੀਅਲ ਹੇਅਰ ਹੁੰਦੇ ਹੈ। ਲੇਕਿਨ ਇਹ ਹੈ ਕਿ ਉਹ ਇਸ ਚੀਜ਼ ਨੂੰ ਫੋਲੋ ਨਹੀਂ ਕਰਦੀ ਕਿ ਅਸੀਂ ਹੈਲਦੀ ਲਾਈਫ ਸਟਾਈਲ ਫੋਲੋ ਕਰੀਏ। ਉਹਨਾਂ ਨੂੰ ਬੜਾ ਸਮਝਾਈਦਾ ਹੈ ਕਿ ਵੀ ਵੇਟ ਲੂਜ਼ ਕਰਨਾ ਚਾਹੀਦਾ ਹੈ ਅਤੇ ਜੰਕ ਫੂਡ ਅਵੋਇਡ ਕਰੋ, ਪਰ ਅੱਜ ਕੱਲ੍ਹ ਦਾ ਕਲਚਰ ਕੁਛ ਇਸ ਤਰੀਕੇ ਨਾਲ ਚੇਂਜ ਹੋ ਰਿਹਾ ਹੈ ਅਤੇ ਇਸੇ ਕਰਕੇ ਇਨਫਰਟੀਲਿਟੀ ਵੱਧ ਰਹੀ ਹੈ ਅਤੇ ਅੱਗੇ ਜਿਹੜੀ ਪੈਰੀਮੀਨੋਪੌਜ਼ਲ ਏਜ ਦੇ ਵਿੱਚ ਪ੍ਰੋਬਲਮਸ ਵੀ ਵੱਧ ਰਹੀਆਂ। ਅਤੇ ਅਸੀਂ ਸਾਰਿਆਂ ਨੂੰ, ਠੀਕ ਹੈ, ਕਲਚਰ ਅਪਣਾਉਣਾ ਚਾਹੀਦਾ, ਲੇਕਿਨ ਉਹਦੀ ਚੰਗੀ ਚੀਜ਼ਾਂ ਦੇਖਣੀ ਚਾਹੀਦੀਆਂ। ਈਜ਼ੀ ਲਾਈਫ ਜੀਣ ਦੇ ਲਈ ਅਸੀਂ ਆਪਣੀ ਹੈਲਥ ਨੂੰ ਹਾਰਮ ਨਹੀਂ ਕਰਨਾ ਚਾਹੀਦਾ। ਥੋੜ੍ਹੇ ਐਫਰਟਸ ਆਪਣੀ ਹੈਲਥ ਵਾਸਤੇ ਕਰਨੇ ਚਾਹੀਦੇ ਹੈ, ਜਿਹੜੇ ਕਿ ਸਾਰਿਆਂ ਨੂੰ ਉਹਦਾ ਫਾਇਦਾ ਰਹੇਗਾ। ਬਿਲਕੁਲ ਕਰੈਕਟ। ਅਸੀਂ ਤੇ, ਮੈਂ ਤੇ ਸਾਰੇ ਆਲਮੋਸਟ ਮੇਰੇ ਐਪੀਸੋਡ ਦੇ ਵਿੱਚ ਅਸੀਂ ਜਿਹੜੀ ਵੀ ਬਿਮਾਰੀ ਡਿਸਕਸ ਕਰ ਲਈਏ ਉਹਦੇ 'ਚ ਲਾਈਫ ਸਟਾਈਲ ਆ ਹੀ ਜਾਂਦਾ। ਸੋ ਆਪਣਾ ਖਾਣਾ, ਮੈਂ ਤੇ ਸਿੰਪਲ ਜਿਹਾ ਕਹਿਣਾ ਹੁੰਦਾ ਡਾਕਟਰ ਸਾਹਿਬ ਕਿ ਥਿੰਕ ਬਿਫੋਰ ਯੂ ਈਟ। ਤੁਸੀਂ ਕੋਈ ਵੀ ਤੁਹਾਡੇ ਸਾਹਮਣੇ ਚੀਜ਼ ਪਈ ਹੋਈ ਹੈ ਜਿਹੜਾ ਤੁਸੀਂ ਖਾਣਾ, ਤੁਸੀਂ ਸਿਰਫ 5 ਸਕਿੰਟ ਲਈ ਇਹ ਸੋਚੋ ਕਿ ਤੁਹਾਨੂੰ ਇਹ ਖਾਣ ਦੀ ਲੋੜ ਹੈਗੀ ਹੈ, ਤੁਹਾਡੇ ਅੰਦਰੋਂ ਹੀ ਆਵਾਜ਼ ਆ ਜਾਂਦੀ ਹੈ। ਤੁਹਾਨੂੰ ਕਿਸੇ ਡਾਈਟੀਸ਼ੀਅਨ ਦੀ ਲੋੜ ਹੀ ਨਹੀਂ, ਤੁਹਾਨੂੰ ਅੰਦਰੋਂ ਆਵਾਜ਼ ਆ ਜਾਏਗੀ ਵੀ ਇਹਦੀ ਲੋੜ ਨਹੀਂ। One should be mindful of whatever he is eating. ਐਂਡ ਆਪਣੇ ਸਰੀਰ ਲਈ ਅਸੀਂ 24 ਘੰਟੇ ਲੱਗੇ ਰਹਿੰਦੇ ਆ ਆਪਣਾ ਕੰਮ ਕਰਨ, ਭੱਜ ਦੌੜ, ਪੈਸੇ ਕਮਾਉਣ ਲਈ, ਪਰ ਆਪਣੇ ਸਰੀਰ ਨੂੰ ਸਾਨੂੰ ਐਟਲੀਸਟ 45 ਮਿੰਟਸ 24 ਘੰਟਿਆਂ ਦੇ ਵਿੱਚ ਇੱਕ ਵਾਰੀ ਦੇਣੇ ਚਾਹੀਦੇ ਆ। ਕਹਿੰਦੇ ਕਿ 24 ਆਵਰਸ ਤੇ ਤੁਹਾਡਾ ਹਾਰਟ ਤੁਹਾਡੇ ਲਈ ਧੜਕਦਾ ਹੈ ਨਾ, ਕੰਮ ਕਰਦਾ ਹੈ। ਤੁਸੀਂ 1 ਘੰਟਾ ਉਹਦੇ ਵਾਸਤੇ ਨਹੀਂ ਕਰ ਸਕਦੇ ਕੁਝ ਵੀ। ਉਹਨੂੰ ਹੈਲਦੀ ਰੱਖਣ ਲਈ ਯੂ ਸ਼ੁਡ ਵਰਕ ਆਊਟ ਫॉर ਐਟਲੀਸਟ 1 ਆਵਰ ਵੈਨ ਇਟ ਇਜ਼ ਵਰਕਿੰਗ ਫॉर ਯੂ ਫॉर 24 ਆਵਰਸ। ਕਰੈਕਟ, ਬਿਲਕੁਲ ਠੀਕ ਗੱਲ, ਬਿਲਕੁਲ ਠੀਕ ਗੱਲ। ਥੈਂਕ ਯੂ ਵੈਰੀ ਮਚ ਡਾਕਟਰ ਰੇਵਾ ਫॉर ਕਮਿੰਗ ਟੂ ਦਿਸ ਸਟੂਡੀਓ। ਐਂਡ ਅਸੀਂ ਤੁਹਾਡੇ ਨਾਲ ਜੁੜੇ ਰਵਾਂਗੇ। ਅਗਲੀ ਵਾਰੀ ਇੱਕ ਕੋਈ ਹੋਰ ਨਵੀਂ ਪ੍ਰੋਬਲਮ ਨਾਲ, ਨਵੇਂ ਸਪੈਸ਼ਲਿਸਟ ਡਾਕਟਰ ਨਾਲ ਇੱਕ ਵਾਰੀ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। Thank you very much. Keep watching this show. Thank you so much.